ਕੋਰੋਨਾ ਵਾਇਰਸ ਦੀ ਮਾਰ ਜਿੱਥੇ ਹਰ ਵਪਾਰ ਉੱਪਰ ਪਈ ਹੈ, ਉੱਥੇ ਹੀ ਸਬਜ਼ੀਆਂ ਬੀਜਣ ਵਾਲੇ ਛੋਟੇ ਕਿਸਾਨਾਂ ਨੂੰ ਵੀ ਇਸ ਦੀ ਬਹੁਤ ਵੱਡੀ ਮਾਰ ਪਈ ਹੈ, ਕਿਉਂਕਿ ਪੂਰਾ ਹਫ਼ਤਾ ਮੰਡੀਆਂ ਨਾ ਖੁੱਲਣ ਕਰਕੇ ਕਿਸਾਨਾਂ ਦੀ ਸਬਜ਼ੀ ਦੀ ਫਸਲ ਖੇਤਾਂ ਵਿੱਚ ਹੀ ਸੜ ਰਹੀ ਹੈ। ਪਾਤੜਾਂ ਦੇ ਨੇੜਲੇ ਪਿੰਡ ਜਿਉਣਪੁਰਾ ਵਿਖੇ ਕਾਫੀ ਗਿਣਤੀ ਵਿੱਚ ਛੋਟੇ ਕਿਸਾਨ ਪਿਛਲੇ ਕਈ ਸਾਲਾਂ ਤੋਂ ਸਬਜ਼ੀ ਬੀਜਣ ਦਾ ਕੰਮ ਕਰਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਮਾਰ ਉਹਨਾਂ ਉੱਪਰ ਬਹੁਤ ਬੁਰੀ ਪਈ ਹੈ। ਜ਼ਮੀਨਾਂ ਘੱਟ ਹੋਣ ਕਾਰਨ ਉਹਨਾਂ ਦਾ ਮੁੱਖ ਧੰਦਾ ਸਬਜ਼ੀ ਬੀਜਣਾ ਹੈ, ਪਰੰਤੂ ਕੋਰੋਨਾ ਵਾਇਰਸ ਕਾਰਨ ਸਬਜ਼ੀ ਮੰਡੀਆਂ ਪੂਰਾ ਹਫ਼ਤਾ ਨਹੀਂ ਖੁੱਲਦੀਆਂ ਤੇ ਹਫ਼ਤੇ ਵਿੱਚ ਸਿਰਫ 2 ਦਿਨ ਹੀ ਖੁੱਲਦੀਆਂ ਹਨ ਤੇ 5 ਦਿਨ ਸਬਜ਼ੀ ਸਾਂਭਣਾ ਉਹਨਾਂ ਲਈ ਬਹੁਤ ਮੁਸ਼ਕਿਲ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈ ਫਸਲ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਖੜੀ ਫਸਲ ਲਈ ਮੰਡੀਕਰਨ ਦਾ ਸਹੀ ਪ੍ਰਬੰਧ ਕੀਤਾ ਜਾਵੇ। ਕੀ ਨਾਮ ਆਪਣਾ ਜੀ? ਨਾਮ ਮੇਰਾ ਹਰਵਿੰਦਰ ਸਿੰਘ ਹੈ ਜੀ। ਤੁਸੀਂ ਕਿੰਨੇ ਟਾਈਮ ਤੋਂ ਇਹ ਸਬਜ਼ੀ ਦਾ ਕੰਮ ਕਰ ਰਹੇ ਹੋ ਤੇ ਤੁਹਾਡਾ ਕੀ ਕਰੋਨਾ ਨਾਲ ਨੁਕਸਾਨ ਹੋਇਆ ਹੈ? ਸਾਨੂੰ ਸਬਜ਼ੀ ਕਰਨ ਕਿਨੂੰ 20-25 ਸਾਲ ਹੋ ਗਏ ਆ ਤੇ ਨੁਕਸਾਨ ਪਹਿਲਾਂ ਵਧੀਆ ਵਿਕਦੀ ਸੀ ਸਬਜ਼ੀ ਤੇ ਉਸ ਤੋਂ ਬਾਅਦ ਹਫਤਾ 10 ਦਿਨ ਕਰੋਨਾ ਕਾਰਨ ਕਰਕੇ ਵਧੀਆ ਵਿਕਦੀ ਰਹੀ ਸਬਜ਼ੀ। ਚਲੋ ਆੜਤੀ ਨਹੀਂ ਸਨ ਦੁਕਾਨਾਂ ਖੋਲ੍ਹਦੇ, ਜ਼ਿਮੀਂਦਾਰ ਮੰਡੀ ਜਾ ਕੇ ਆਮ ਗਾਹਕ ਆਉਂਦੇ ਸਨ, ਚੱਲ ਲੈ ਜਾਂਦੇ ਸੀਗੇ ਜੀ। ਅੱਜ ਜੋ ਬੰਦ ਕਰਤਾ ਬਿਲਕੁਲ ਹੀ, ਕਹਿੰਦੇ ਵੀ ਆੜਤੀ ਵੀ ਕਹਿੰਦੇ ਵੀ ਤੁਸੀਂ ਆਉਣਾ ਨਹੀਂ ਹੈਗਾ ਤੇ ਆੜਤੀ ਵੀ ਨਹੀਂ ਆਉਂਦੇ ਤੇ ਜ਼ਿਮੀਂਦਾਰਾਂ ਦਾ ਵੀ ਆਉਣਾ ਬੰਦ ਕਰ ਦਿੱਤਾ ਹੈ ਵੀ ਜ਼ਿਮੀਂਦਾਰ ਵੀ ਨਹੀਂ ਹੁਣ ਵੇਚ ਸਕਦੇ। ਤੁਸੀਂ ਹੁਣ ਗਲੀਆਂ 'ਚ ਫਿਰ ਕੇ ਅਸੀਂ ਸਬਜ਼ੀ ਕਿਵੇਂ ਵੇਚਾਂਗੇ ਜੀ। ਤੁਸੀਂ ਸਰਕਾਰ ਤੋਂ ਇਸ ਸੰਬੰਧੀ ਮੁਆਵਜ਼ੇ ਦੀ ਜਾਂ ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਸਰਕਾਰ ਨੂੰ ਚਾਹੁੰਦੇ ਹਾਂ ਇਹਦਾ ਜਾਂ ਤਾਂ ਜੋ ਨੁਕਸਾਨ ਹੈ ਸਾਨੂੰ ਮੁਆਵਜ਼ਾ ਦਿੱਤਾ ਜਾਏ, ਨਹੀਂ ਤਾਂ ਇਹਦਾ ਕੋਈ ਰੂਲ ਵਗੈਰਾ ਕੋਈ ਨਿਯਮ ਬਣਾ ਕੇ ਸਾਡੀ ਸਬਜ਼ੀ ਵਿਕਦੀ ਕਰਨਾ। ਜਿੱਦਾਂ ਇਹਨਾਂ ਕੀਤਾ ਸੀ ਵੀ ਆੜਤੀ ਆਉਣ, ਜ਼ਿਮੀਂਦਾਰ ਆਉਣ, ਆਪਣਾ ਸ਼ਾਮ ਨੂੰ ਸਮਾਨ ਛੱਡ ਦੇਣ ਸ਼ਾਮ ਵੇਲੇ ਤੇ ਸਵੇਰੇ ਆੜਤੀ ਆਪ ਵੇਚਣਗੇ। ਲੇਕਿਨ ਅਸੀਂ ਉਹ ਕਿਹਾ ਸੀ ਵੀ ਇਹਦੀ ਕੋਈ ਰੇਟ ਲਿਸਟ ਬਣਾਈ ਜਾਵੇ ਜਿਹਦੇ ਆਧਾਰ 'ਤੇ ਸਾਡਾ ਵੀ ਸਾਨੂੰ ਪਤਾ ਲੱਗੇ, ਜਿਵੇਂ ਰੇਟ ਫਿਕਸ ਕੀਤੇ ਜਾਣ ਵੀ ਇਸ ਰੇਟ 'ਤੇ ਸਾਡਾ ਸਮਾਨ ਵਿਕਦਾ, ਜਾਣੀ ਕਿ ਅਸੀਂ ਆਪਣਾ ਸਮਾਨ ਵੇਚ ਕੇ ਤੇ ਅਸੀਂ ਪੈਸੇ ਲੈ ਸਕਦੇ ਹਾਂ ਸਬਜ਼ੀ ਵੇਚ ਕੇ। ਜਿਹੜੀ ਤੁਹਾਡੀ ਹੁਣ ਫਸਲ ਦਾ ਨੁਕਸਾਨ ਹੋਇਆ, ਇਦੋਂ ਬਾਅਦ ਤੁਸੀਂ ਇਹਨੂੰ ਯਾਨੀ ਕਿ ਖੇਤ ਨੂੰ ਵਾਹ ਕੇ ਤੁਸੀਂ ਜੇ ਕੋਈ ਅਗਲੀ ਫਸਲ ਬੀਜਣੀ ਹੈ ਉਹਦੇ ਸੰਬੰਧੀ ਤੁਹਾਨੂੰ ਕੋਈ ਦਵਾਈਆਂ ਦੀ ਜਾਂ ਬੀਜਾਂ ਦੀ ਤੁਹਾਨੂੰ ਕਿਸ ਤਰ੍ਹਾਂ ਬਾਜ਼ਾਰ 'ਚੋਂ ਮਿਲ ਰਹੇ ਨੇ ਜਾਂ ਕੋਈ ਦਿੱਕਤ ਹੈ? ਨਹੀਂ ਜੀ, ਫਿਲਹਾਲ ਹਜੇ ਤਾਂ ਕੋਈ ਇਹੋ ਜਿਹੀ ਹੈ ਨਹੀਂ ਵੀ ਸਾਨੂੰ ਦੁਕਾਨਾਂ ਤੋਂ ਬੀਜ ਮਿਲ ਜਾਂ ਕੋਈ ਦਵਾਈ ਮਿਲ ਜੇ। ਹੁਣ ਫਸਲ ਹੁਣ ਇਹ ਥੋੜ੍ਹਾ ਜਿਹਾ ਜਿਵੇਂ ਪਹਿਲਾਂ ਖਰਾਬ ਹੋ ਗਈ ਹੈ ਜੀ, ਹੁਣ ਪੈਲੀਆਂ ਖਾਲੀ ਹੋਣੀਆਂ, ਆਖਰਕਾਰ ਸਾਨੂੰ ਬੀਜਣੀ ਤਾਂ ਪਊਗੀ ਕਿਉਂਕਿ ਸਾਡਾ ਜੋ ਗੁਜ਼ਾਰਾ ਹੈ ਸਬਜ਼ੀ ਦੀ ਚੱਲਦਾ, ਹੋਰ ਤਾਂ ਸਾਡਾ ਕੋਈ ਕੰਮ ਹੈ ਨਹੀਂ ਜੀ। ਹੁਣ ਤੁਹਾਡੀ ਸਰਕਾਰ ਤੋਂ ਕੀ ਮੰਗ ਹੈ? ਸਾਡੀ ਸਰਕਾਰ ਤੋਂ ਇਹ ਮੰਗ ਹੈ ਵੀ ਸਾਨੂੰ ਬੀਜ ਜਿਹੜੇ ਨੇ ਉਹ ਮੁਹੱਈਆ ਕਰਾਏ ਜਾਣ, ਦਿੱਤੇ ਜਾਣ। ਠੀਕ ਹੈ ਜੀ, ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਬੀਜ ਮਿਲਣ ਤਾਂ ਕਿ ਖਾਦਾਂ ਮਿਲਣ, ਦਵਾਈਆਂ ਮਿਲਣ ਤਾਂ ਅਸੀਂ ਅਗਲੀ ਨਵੀਂ ਫਸਲ। ਨਾਮ ਹੈ ਆਪਣਾ ਜੀ, ਕਿਹੜਾ ਪਿੰਡ ਹੈ ਔਰ ਤੁਸੀਂ ਇੱਥੇ ਜਿਹੜਾ ਕੀ ਕੰਮ ਤੁਸੀਂ ਕਰਦੇ ਹੋ? ਨਾਂ ਜੀ ਸਾਡਾ ਬਲਵਿੰਦਰ ਸਿੰਘ ਮੇਰਾ ਨਾਂ ਹੈ, ਪਿੰਡ ਜੌਨਪੁਰਾ ਹੈ। ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ, ਸਬਜ਼ੀਆਂ ਦਾ ਕੰਮ ਕਰਦੇ ਹਾਂ। ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ? ਕਰੋਨਾ ਵਾਇਰਸ ਦੇ ਕਾਰਨ ਤੁਹਾਨੂੰ ਕੀ ਦਿੱਕਤ ਆਈ ਹੈ? ਤੁਹਾਡੀਆਂ ਸਬਜ਼ੀਆਂ ਦਾ ਕੀ ਮੰਡੀਕਰਨ ਹੋ ਰਿਹਾ ਹੈ? ਸਬਜ਼ੀ ਦਾ ਕੰਮ ਤਾਂ ਅਸੀਂ ਬਹੁਤ ਟਾਈਮ ਤੋਂ ਕਰਦੇ ਹਾਂ, ਪਰ ਹੁਣ ਥੋੜ੍ਹੇ ਦਿਨਾਂ ਤੋਂ ਕਰੋਨਾ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ। ਸਬਜ਼ੀ ਮੰਡੀ 'ਚ ਸਬਜ਼ੀ ਪਹਿਲਾਂ ਤਾਂ ਸਹੀ ਢੰਗ ਨਾਲ ਵਿਕਦੀ ਸੀ, ਨਜਾਇਜ਼ ਸੀ ਤਾਂ ਗਾਹਕ ਲੈਣ ਵੀ ਆਉਂਦਾ ਸੀ। ਹੁਣ ਕੁਝ ਡਰ ਕਾਰਨ, ਕੁਝ ਪੁਲਿਸ ਦੇ ਡਰ ਕਾਰਨ ਮੰਡੀ 'ਚ ਲੋਕ ਆ ਨਹੀਂ ਰਹੇ ਅਤੇ ਸਬਜ਼ੀ ਘੱਟ ਵਿਕਦੀ ਏ ਅਤੇ ਲਿਜਾਂਦੇ ਵੀ ਨਹੀਂ, ਡਰਦੇ ਲੋਕ। ਇਹਦੇ ਕਰਕੇ ਜੋ ਸਾਡੀ ਸਬਜ਼ੀ ਖਰਾਬ ਹੋ ਰਹੀ ਹੈ ਖੇਤਾਂ ਵਿੱਚ, ਅਤੇ ਨਾ ਤਾਂ ਸਾਡਾ ਹੁਣ ਉੱਥੇ ਲਿਜਾਣ ਨੂੰ ਜੀ ਕਰਦਾ ਮੰਡੀ 'ਚ, ਨਾ ਉਹਨੂੰ ਵੇਚਣ ਦਿੰਦੇ ਨੇ ਉੱਥੇ ਬਹਿ ਕੇ, ਅਤੇ ਕਹਿੰਦੇ ਵੀ ਗਲੀਆਂ ਦੇ ਵਿੱਚ ਜਾ ਕੇ ਤੁਸੀਂ ਸਬਜ਼ੀ ਵੇਚ ਸਕਦੇ ਹੋ। ਅਤੇ ਗਲੀਆਂ ਦੇ ਵਿੱਚ ਨਾ ਤਾਂ ਸਾਡੇ ਕੋਲ ਕੋਈ ਕੰਡੇ ਬੱਟੇ ਨੇ, ਜਾਂ ਅਸੀਂ ਪਹਿਲਾਂ ਸਬਜ਼ੀ ਇਸ ਤਰ੍ਹਾਂ ਵੇਚੀ ਨਹੀਂ ਹੈਗੀ, ਅਸੀਂ ਮੰਡੀ ਦੇ ਵਿੱਚ ਮੰਡੀਕਰਨ ਕਰਦੇ ਸੀ। ਇਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ। ਜਿਹੜੀ ਕਿ ਕਿੰਨਾ ਕੁ ਤੁਹਾਡਾ ਜਿਹੜਾ ਇਹ ਫਸਲ ਦਾ ਨੁਕਸਾਨ ਹੋਇਆ, ਕਿੰਨਾ ਕੁ ਤੁਸੀਂ ਇਹਦਾ ਤੁਹਾਨੂੰ ਹਰਜਾਨਾ ਪਿਆ ਅਤੇ ਤੁਸੀਂ ਕੀ ਸਰਕਾਰ ਤੋਂ ਮੰਗ ਕਰਦੇ ਹੋ? ਨੁਕਸਾਨ ਤਾਂ ਤੁਸੀਂ ਆਪ ਹੀ ਵੇਖ ਲਓ ਜੀ, ਬਹੁਤ ਹੋਇਆ। ਹੁਣ ਇਹ ਨਾ ਤਾਂ ਕਿਸੇ ਦੇ ਖਾਣ ਦੇ ਕੰਮ ਆਈ ਹੈ ਸਬਜ਼ੀ, ਨਾ ਤਾਂ ਸਾਨੂੰ ਨਾ ਪ੍ਰੋਫਿਟ ਹੋਇਆ ਸਬਜ਼ੀ ਦਾ ਨੁਕਸਾਨ ਬਹੁਤ ਹੋਇਆ। ਇਹਦੇ ਨਾਲ ਸਾਨੂੰ ਬਹੁਤ ਲੋਸ ਹੋਇਆ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਕੋਈ ਹੱਲ ਕੀਤਾ ਜਾਵੇ, ਜਾਂ ਸਾਨੂੰ ਸਬਜ਼ੀ ਵੇਚਣ ਦੀ ਕੋਈ ਸਹੂਲਤ ਦਿੱਤੀ ਜਾਵੇ, ਜਾਂ ਕੋਈ ਸਬਜ਼ੀ ਸਾਡੇ ਇੱਥੋਂ ਖੇਤਾਂ 'ਚੋਂ ਲਿਜਾਈ ਜਾਵੇ, ਜਿਸ ਕਰਕੇ ਸਾਨੂੰ ਨੁਕਸਾਨ ਨਾ ਹੋਵੇ। ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਾਂਗੇ ਜੇ ਕੋਈ ਸਾਨੂੰ ਇਹ ਸਹੂਲਤ ਦਿੱਤੀ ਜਾਵੇ। ਤੇ ਇਸੇ ਤਰ੍ਹਾਂ ਕਰਜ਼ੇ ਦੀ ਮਾਰ ਹੇਠਾਂ ਦੱਬੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੁਣ ਕੁਦਰਤੀ ਕਰੋਪੀ ਕਾਰਨ ਪੱਕਣ ਤੋਂ ਬਾਅਦ ਵੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਪੁੱਜ ਰਹੀ ਕਣਕ ਦੀ ਬੋਲੀ ਕਾਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਹੋਰ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਜਾਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਪੈਂਦੀ ਬਰਾਸ ਮੰਡੀ ਵਿੱਚ ਆਪਣੀ ਕਣਕ ਦੀ ਫਸਲ ਲੈ ਕੇ ਆਏ ਕਿਸਾਨਾਂ ਨੇ ਕੀਤਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਉਹਨਾਂ ਦੀ ਫਸਲ ਨਹੀਂ ਖਰੀਦੀ ਤਾਂ ਉਹ ਗੁਆਂਢੀ ਸੂਬੇ ਹਰਿਆਣੇ ਵਿੱਚ ਆਪਣੀ ਫਸਲ ਵੇਚਣ ਲਈ ਮਜਬੂਰ ਹੋਣਗੇ। ਉਧਰ ਬਰਾਸ ਮੰਡੀ ਅਫਸਰ ਸੇਵਾ ਸਿੰਘ ਨੇ ਕਿਹਾ ਕਿ 12% ਜਾਂ 12% ਤੋਂ ਘੱਟ ਨਮੀ ਵਾਲੀ ਫਸਲ ਦੀ ਹੀ ਖਰੀਦ ਕੀਤੀ ਜਾ ਰਹੀ ਹੈ, ਜਦਕਿ 13 ਤੋਂ ਵੱਧ ਨਮੀ ਵਾਲੀ ਕਣਕ ਨੂੰ ਮੰਡੀ ਤੋਂ ਵਾਪਸ ਭੇਜਿਆ ਜਾ ਰਿਹਾ ਹੈ।
ਦੂਸਰੇ ਪਾਸੇ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੋਵੀ ਨੇ ਕਿਹਾ ਕਿ ਉਹਨਾਂ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਹੈ, ਜਦਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਵਾਸੀ ਆ, ਮੇਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ। ਇੱਥੇ ਮੰਡੀ 'ਚ ਮੈਂ ਕੱਲ੍ਹ ਦੀ ਕਣਕ ਸੁੱਟੀ ਹੋਈ ਹੈ, ਕਣਕ ਦੀ ਕੋਈ ਖਰੀਦ ਨਹੀਂ ਹੋਈ। ਰਾਤ ਮੈਂ ਇੱਥੇ ਮੱਛਰ ਤੋਂ ਸੁੱਤਾ ਰਿਹਾ ਵਾਂ। ਇੱਥੇ ਹੋਰ ਛੱਡ ਦਾ ਪ੍ਰਬੰਧ ਨਹੀਂ। ਹੁਣ ਮੀਂਹ ਤਿਆਰ ਹੈ, ਆ ਪਤਾ ਲੱਗਿਆ ਫਤਿਹਗੜ੍ਹ ਸਾਹਿਬ ਮੀਂਹ ਪੈ ਰਿਹਾ, ਇੱਥੇ ਆਉਣ ਵਾਲਾ ਹੈ। ਅਸੀਂ ਤੰਗ ਆ, ਜੇ ਸਾਨੂੰ ਅੱਜ ਵੀ ਰਹਿਣਾ ਪੈ ਗਿਆ ਫਿਰ ਸਾਨੂੰ ਜ਼ਰੂਰ ਕਿਸੇ ਹੋਰ ਸਟੇਟ ਜਾਣਾ ਪਊਗਾ। ਇਹ ਬੜੀ ਔਖੀ ਹੈ, ਸਾਡੀ ਇਹੀ ਮੰਗ ਹੈ ਵੀ ਇਹਨੂੰ ਖਰੀਦਣ ਦਾ ਪ੍ਰਬੰਧ ਕਰਿਆ ਜਾਵੇ। ਕਦੇ ਕਹਿੰਦੇ ਨੇ ਮੋਇਸਚਰ ਜ਼ਿਆਦੀ ਹੈ, ਜੇ ਮੋਇਸਚਰ ਨਹੀਂ ਹੁੰਦੀ ਕਦੇ ਦਾਣਾ ਬਰੀਕ ਹੈ। ਹੁਣ ਇਹ ਤਾਂ ਸਾਡਾ ਕੀ ਕਸੂਰ ਹੈ ਜੇ ਦਾਣਾ ਬਰੀਕ ਹੈ। ਆ 10 ਕਿੱਲਿਆਂ ਨੇ ਮੈਂ ਇੱਕ ਟਰੇਲੀ ਲੈਂਦੀ ਹੋਈ ਹੈ, ਉਹ ਮੇਰਾ ਨਹੀਂ ਖਿਆਲ ਉਹ 100 ਕੁਇੰਟਲ ਹੋਵੇ, ਮਸਾਂ 70-80 ਕੁਇੰਟਲ ਹੋਏਗੀ। ਸਾਨੂੰ ਇਹ ਦਿੱਕਤ ਆ ਰਹੀਆਂ ਨੇ, ਕੁਝ ਝਾੜੇ, ਕੁਝ ਰੱਬ ਨੇ ਮਾਰਿਆ, ਕੁਝ ਕਰੋਨਾ ਚੱਲਦਾ। ਅਸੀਂ ਸਾਰੇ ਪਾਸਿਓਂ ਦੁਖੀ ਹਾਂ, ਕੁੱਲ ਮਿਲਾ ਕੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ। ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਇਹ ਸਾਡੀਆਂ ਜਿਹੜੇ ਦੁੱਖ ਤਕਲੀਫਾਂ ਨੇ ਇਹ ਦੂਰ ਕੀਤੀਆਂ ਜਾਣ। ਜ਼ਿਮੀਦਾਰ ਹੈਂਡੀਕੈਪ ਤਾਂ ਸਾਡੀ ਕੱਲ੍ਹ ਤੋਂ 15 ਤਰੀਕ ਤੋਂ ਕਣਕ ਮੰਡੀਆਂ 'ਚ ਆਈ ਸੀ, ਜੋ ਕਿ ਕੈਪਟਨ ਸਾਹਿਬ ਕਹਿੰਦੇ ਸੀ ਪੰਜਾਬ ਸਰਕਾਰ ਕਿ ਅਸੀਂ ਜ਼ਿਮੀਦਾਰਾਂ ਨੂੰ 6 ਘੰਟੇ 'ਚ ਵਿਹਲਿਆਂ ਕਰ ਦਾਂਗੇ। ਅੱਜ ਦੂਜਾ ਦਿਨ ਹੋ ਗਿਆ, ਰਾਤ ਵੀ ਇੱਥੇ ਮੱਛਰ ਲੜਾਉਂਦੇ ਰਹੇ ਆ, ਅਜੇ ਤੱਕ ਬੋਲੀ ਨਹੀਂ ਹੋਈ ਜੀ ਸਾਡੀ। ਕਹਿੰਦੇ ਦਾਣਾ ਬਰੀਕ ਹੈ, ਜੇ ਦਾਣਾ ਬਰੀਕ ਹੈ ਤੇ ਸਾਡਾ ਕੀ ਕਸੂਰ ਹੈ? ਰੱਬ ਨੂੰ ਪੁੱਛੋ ਵੀ ਉਹਨੇ ਕਿਉਂ ਬਰੀਕ ਕੀਤਾ। 8-8 ਕਿੱਲਿਆਂ ਦੀ ਕਣਕ ਦੇ ਵਿੱਚੋਂ 5-5 ਕੁਇੰਟਲ ਦਾ ਝਾੜ ਨਿਕਲ ਰਿਹਾ ਜੀ ਕਿੱਲੇ ਦਾ। 8 ਕਿੱਲਿਆਂ 'ਚੋਂ 40 ਕੁਇੰਟਲ ਦੇ ਹਿਸਾਬ ਨਾਲ ਨਿਕਲ ਰਹੀ ਹੈ। ਅਸੀਂ ਦੱਸੋ ਸਰਕਾਰ ਨੂੰ ਬੇਨਤੀ ਕਰਨੀ ਵੀ ਅਸੀਂ ਕਿਸਾਨ ਕਿੱਧਰ ਜਾਈਏ, ਸਾਡੇ ਬੱਚੇ ਕਿੱਧਰ ਜਾਣ, ਸਾਡੀਆਂ ਧੀਆਂ ਭੈਣਾਂ ਦੀਆਂ ਵਿਆਹ ਸ਼ਾਦੀਆਂ ਨੇ ਅਸੀਂ ਕਿੱਥੋਂ ਕਰਾਂਗੇ। ਸੋ ਇਸ ਕਰਕੇ ਮੈਂ ਕੈਪਟਨ ਸਾਹਿਬ ਨੂੰ ਇਹ ਬੇਨਤੀ ਕਰਨਾ ਕਿ ਬਰਾਸ ਮੰਡੀ ਵੱਲ ਜ਼ਰੂਰ ਧਿਆਨ ਦਿਓ। ਇੱਥੇ ਕੋਈ ਖਰੀਦ ਨਹੀਂ ਹੁੰਦੀ। ਇੱਥੇ ਜੇ ਉਹਨਾਂ ਨੂੰ ਕਹਿੰਦੇ ਆ ਤਾਂ ਉਹ ਕਹਿੰਦੇ ਅਸੀਂ ਇੱਥੇ ਰੋਟੀ ਖਾਣ ਚੱਲੇ ਹਾਂ, ਅਸੀਂ ਕਹੀਏ ਹੁਣ ਅਸੀਂ ਸੋਡਾ ਪੀਣ ਚੱਲੇ ਹਾਂ। ਦੱਸੋ ਬਈ ਅਸੀਂ ਕਿੱਧਰ ਜਾਈਏ ਜਿਹੜੇ ਪਾਣੀ ਯਾਰ ਚਾਹ ਤੋਂ ਵੀ ਧਿਆਏ ਮਰ ਰਹੇ ਹਾਂ। ਸੋ ਇਸ ਕਰਕੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਕਿ ਸਾਡੀ ਬਰਾਸ ਮੰਡੀ ਦੇ ਵਿੱਚ ਜਿਹੜੀ ਖਰੀਦ ਹੈ, ਛੋਟਾ ਦਾਣਾ ਚਾਹੇ ਮੋਟਾ ਦਾਣਾ, ਇਹ ਸਾਰਾ ਚੁੱਕਿਆ ਜਾਵੇ। ਮੇਰੀ ਇਹੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਰਾਸ ਮੰਡੀ 'ਚ ਖੜ੍ਹੇ ਹਾਂ, ਸਾਡਾ ਅਨਾਜ ਹੀ ਤੁਲ ਨਹੀਂ ਰਿਹਾ, ਨਾ ਹੀ ਕੋਈ ਆ ਕੇ ਅਧਿਕਾਰੀ ਦੇਖ ਰਿਹਾ ਵੀ ਕਿਉਂ ਨਹੀਂ ਤੁਲ ਰਿਹਾ। ਜੇ ਨਹੀਂ ਤੁਲਣਾ, ਸਰਕਾਰ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਹਰਿਆਣੇ 'ਚ ਨਾ ਖੰਨੀ ਪਵੇ ਜਿੰਸ, ਇਹਦਾ ਜਲਦੀ ਤੋਂ ਜਲਦੀ ਤੋਲੀ ਜਾਵੇ। ਜੇ ਨਹੀਂ ਤੋਲੋਗੇ ਤਾਂ ਅਸੀਂ ਹਰਿਆਣੇ 'ਚ ਖੜ੍ਹਨ ਨੂੰ ਮਜਬੂਰ ਹੋਵਾਂਗੇ। ਸਰਕਾਰ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਡਾ ਅਨਾਜ ਤੋਲਿਆ ਜਾਵੇ, ਸਾਡੇ ਆ ਕੇ ਬਰਾਸ ਮੰਡੀ 'ਚ ਦੇਖਿਆ ਜਾਵੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਲਾਈ ਨਹੀਂ ਹੋ ਰਹੀ, ਕੋਈ ਵਾਰਦਾਤ ਨਹੀਂ, ਕੋਈ ਕੁਛ ਨਹੀਂ ਹੈਗਾ। ਤੇ ਇਹਨੂੰ ਜਲਦ ਤੋਂ ਜਲਦ ਤੋਲਿਆ ਜਾਵੇ, ਨਹੀਂ ਤਾਂ ਅਸੀਂ ਫਿਰ ਹਰਿਆਣੇ 'ਚ ਖੜਾਂਗੇ। ਠੀਕ ਆ ਜੀ। ਜਿਹੜੀ ਗੱਲ ਹੈਗੀ ਆਪਣੇ ਖਰੀਦ ਦੀ, ਖਰੀਦ ਦਾ ਇਹ ਆ ਵੀ ਦੇਖੋ ਜਿਹੜਾ 12% ਦੇ ਥੱਲੇ ਜਾਂ 12% ਵਿਚਰ ਆਉਂਦਾ ਉਹ ਅਸੀਂ ਖਰੀਦ ਕਰਦੀ ਆ ਪੰਜਗਰਿਆਂ ਦੀ ਏਜੰਸੀ ਹੈ ਤੇ ਬਰਾਸ ਮੰਡੀ ਦੇ ਵਿੱਚ। ਬਾਕੀ ਮੈਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਦਾ ਕਿ 13 ਜਾਂ 12.5 ਜੇ ਮਿਕਸਚਰ ਆਉਂਦਾ ਵੀ ਉਹ ਟਰਾਲੀ ਵਾਪਸ ਹੋਊਗੀ। ਵੀ ਇਹ ਮੈਂ ਬੇਨਤੀ ਕਰਦਾ ਵੀ ਉਹ ਨਰਮ ਜਿਹੜੀ ਢੇਰੀ ਆ 13 ਤੱਕ ਜਾਂਦੀ ਆ, ਉਹ ਬਿਲਕੁਲ ਮੰਡੀ ਤੋਂ ਵਾਪਸ ਹੋਊਗੀ। ਵੀ ਮੇਰੀ ਇਹੀ ਹੱਥ ਬਣ ਕੇ ਬੇਨਤੀ ਆ ਵੀ ਜਿਹੜੀ ਮਿਕਸਚਰ 12% ਆਉਂਦਾ ਉਹ ਮੰਡੀ ਵਿੱਚ ਆਵੇ ਤੇ ਹੋਰ ਬਾਕੀ ਜਿਹੜੇ ਮੰਡੀਆਂ ਦਾ ਪ੍ਰਬੰਧ ਆ ਉਹ ਸਾਡੇ ਮਾਰਕੀਟ ਮੰਡੀ ਵੱਲੋਂ ਮੁਕੰਮਲ ਆ, ਤੁਹਾਡੇ ਸਾਹਮਣੇ। ਤੇ ਹੁਣ ਤੱਕ ਕਿੰਨੀਆਂ ਕਿ ਟਰਾਲੀਆਂ ਮੁੜ ਗਈਆਂ? ਟਰਾਲੀਆਂ ਹੀ ਸਵੇਰੇ ਇੱਕ 17% ਮਿਕਸਚਰ ਦੀ ਆਈ ਆ, ਜਿਹੜਾ ਕਿ ਆਪਣੀ ਪਤੀ ਆ ਵੀ ਬਿਲਕੁਲ ਅਲਾਉਡ ਨਹੀਂ। ਤੇ ਇੱਥੇ ਫਿਰ ਉਹਦਾ ਮਿਕਸਚਰ ਚੈੱਕ ਕੀਤਾ ਤੇ ਉਹ ਟਰਾਲੀ ਵਾਪਸ ਕੀਤੀ। ਇੱਕ ਹੁਣ ਥੋੜ੍ਹੀ ਦੇਰ ਹੋਈ ਆ, ਉਹਦਾ ਜਿਹੜਾ ਮਿਕਸਚਰ ਸੀ ਉਹ ਹੈਗਾ ਸੀ ਆਪਣਾ 13% ਤੇ ਉਹ ਹੁਣ ਵਾਪਸ ਅਸੀਂ ਕੀਤੀ। ਤੇ ਜੇ 13 ਤੋਂ ਘੱਟ ਆ ਤਾਂ ਉਸ ਨੂੰ ਵਾਪਸ ਕਰਿਆ ਜਾਂਦਾ? ਹਾਂ ਜੀ, ਕਰਿਆ ਜਾਂਦਾ। 12% ਤੱਕ ਜਿਹੜਾ ਮਿਕਸਚਰ ਆਉਂਦਾ ਬਿਲਕੁਲ ਉਹ ਅਸੀਂ ਮਤਲਬ ਖਰੀਦ ਕਰਦੇ ਹਾਂ, ਉਹ ਐਂਟਰ ਮੰਡੀ ਦੇ ਵਿੱਚ ਐਂਟਰ ਕਰਦੇ ਹਾਂ 2 ਦਿਨਾਂ ਦੇ ਵਿੱਚ। ਕਿਉਂਕਿ ਸਟਾਰਟਿੰਗ ਦੇ ਵਿੱਚ ਕੁਝ ਪ੍ਰੋਬਲਮਸ ਫੇਸ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਇੱਕ ਅੱਧੇ ਦਿਨ ਦੇ ਵਿੱਚ ਸੌਟ ਆਊਟ ਕਰਕੇ ਉਹਨਾਂ ਸਾਰਿਆਂ ਦੀ ਫਸਲ ਜੋ ਦਾਣਾ ਮਾਰਕੀਟ ਦੇ ਵਿੱਚ ਮੰਡੀ ਵਿੱਚ ਆ ਗਿਆ ਉਹ ਇੱਕ ਦਾਣਾ ਚੱਕਿਆ ਜਾਊਗਾ। ਕੁਝ ਕਿਸਾਨਾਂ ਨਾਲ ਸਾਡੀ ਗੱਲ ਹੋਈ ਹੈ, ਜਿਹੜੇ ਕਿਸਾਨ ਕਹਿੰਦੇ ਨੇ ਸਾਡੀ ਕਣਕ ਦੇ ਦਾਣੇ ਨੂੰ ਛੋਟਾ ਦੱਸਿਆ ਜਾ ਰਿਹਾ ਹੈ। ਉਹਨਾਂ ਨੇ 2 ਦਿਨ ਦਾ ਟਾਈਮ ਦਿੱਤਾ ਸਰਕਾਰ ਨੂੰ, ਜੇ ਸਰਕਾਰ ਸਾਡੀ ਕਣਕ ਚੱਕੇਗੀ, ਨਹੀਂ ਤਾਂ ਅਸੀਂ ਹਰਿਆਣਾ 'ਚ ਵੇਚਣ ਲਈ ਮਜਬੂਰ ਹੋਵਾਂਗੇ, ਚਾਹੇ ਸਾਨੂੰ ਜਿਵੇਂ ਮਰਜ਼ੀ ਕਰਫਿਊ ਦੀ ਉਲੰਘਣਾ ਕਰਨੀ ਪਵੇ। ਨਹੀਂ, ਇਹ ਜੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ। ਮੈਂ ਕੱਲ੍ਹ ਵੀ ਮੰਡੀਆਂ 'ਚ ਜਾ ਕੇ ਇੰਸਪੈਕਟਰਸ ਨਾਲ ਮਿਲਿਆ, ਦੇਖਿਆ ਉੱਥੇ ਕਈ ਮਾਜੂ ਦਾਣਾ ਆ ਰਿਹਾ ਹੈ
ਤੇ ਉਸ ਦੇ ਲਈ ਸਾਡੀ ਜਿਹੜੀ ਹਾਇਰ ਅਥਾਰਟੀਜ਼ ਨਾਲ ਗੱਲ ਚੱਲ ਰਹੀ ਹੈ, ਉਹ ਅਸੀਂ 1-2 ਦਿਨਾਂ ਦੇ ਵਿੱਚ ਸੌਟ ਆਊਟ ਕਰਕੇ ਉਹਨਾਂ ਦਾ ਇੱਕ ਦਾਣਾ ਮਾਰਕੀਟ 'ਚੋਂ ਖਰੀਦ ਕਰਕੇ ਖਰੀਦ ਏਜੰਸੀਆਂ ਦੇ ਜ਼ਰੀਏ ਖਰੀਦ ਕਰਾਂਗੇ।